ਦੋਸਤੋ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਘੁੰਟਰੀ ਨਿਊਜ਼ ਤੇ ਮੈਂ ਜਗਸੀਰ ਸਿੰਘ ਸੰਧੂ ਅੱਜ ਤੁਹਾਡੇ ਨਾਲ ਇੱਕ ਅਜਿਹਾ ਮੁੱਦਾ ਲੈ ਕੇ ਹਾਜ਼ਰ ਹੋਇਆਂਗਾ ਜਿਹੜਾ ਕਿ ਇਕੱਲੇ ਬਰਨਾਲਾ ਸ਼ਹਿਰ ਦਾ ਹੀ ਨਹੀਂ, ਇਕੱਲੇ ਕਿਸੇ ਇੱਕ ਸ਼ਹਿਰ ਦਾ ਨਹੀਂ, ਸਮੁੱਚੇ ਪੰਜਾਬ ਦਾ ਮਸਲਾ ਜਿਹੜਾ ਬਣ ਚੁੱਕਿਆ। ਤੇ ਮਸਲਾ ਉਹ ਹੈ ਸਫਾਈ ਸੇਵਕਾਂ ਵੱਲੋਂ ਕੀਤੀ ਗਈ ਹੜਤਾਲ। ਸੋ ਮੰਗਾਂ ਬਿਲਕੁਲ ਜਾਇਜ਼ ਨੇ, ਹੜਤਾਲ ਸਫਾਈ ਸੇਵਕਾਂ ਨੇ ਕੀਤੀ ਹੋਈ ਹੈ, ਪਰ ਸਰਕਾਰ ਦੇ ਕੰਨ ਤੇ ਜਿਹੜੀ ਜੂੰ ਆ ਉਹ ਸਰਕੀ ਨਹੀਂ ਹੈ। ਮਹੀਨਾ ਤਕਰੀਬਨ ਹੋ ਚੁੱਕਿਆ ਸ਼ਹਿਰਾਂ ਦੀ ਜਿਹੜੀ ਸਫਾਈ ਬੰਦ ਹੈ। ਸ਼ਹਿਰਾਂ ਦੇ ਬਾਜ਼ਾਰਾਂ ਦੇ ਵਿੱਚ ਵੱਡੇ ਵੱਡੇ ਕੂੜੇ ਦੇ ਢੇਰ ਹੈ। ਇੱਕ ਤਰ੍ਹਾਂ ਦੇ ਕਹਿ ਦਈਏ ਤਾਂ ਸ਼ਹਿਰ ਪੰਜਾਬ ਦੇ ਕੂੜਾਦਾਨ ਜਿਹੜੇ ਬਣ ਚੁੱਕੇ ਆ। ਸੋ ਇਸ ਮਾਮਲੇ ਦੇ ਉੱਪਰ ਆਪਾਂ ਜਿਹੜੀ ਗੱਲਬਾਤ ਕਰਾਂਗੇ ਅੱਜ ਹੇਮਰਾਜ ਗਰਗ ਜੀ ਨਾਲ। ਹੇਮਰਾਜ ਗਰਗ ਜੀ ਕੌਂਸਲਰ ਨੇ, ਪਿਛਲੇ ਤੀਸਰੀ ਟਰਮ ਹੋ ਗਈ ਇਹਨਾਂ ਦੀ, 3 ਵਾਰ ਕੌਂਸਲਰ ਰਹਿ ਚੁੱਕੇ ਨੇ। ਇਸ ਵਾਰ ਵੀ ਜਿਹੜੀ ਸੇਵਾ ਨਿਭਾ ਰਹੇ ਨੇਗੇ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇੱਕ ਜਿਹੜੀ ਸਮੱਸਿਆ ਹੈ ਕਿੱਥੋਂ ਪੈਦਾ ਹੋਈ ਹੈ, ਇਹਦਾ ਕੀ ਹੱਲ ਹੈ, ਜਾਂ ਇਹ ਜਿਹੜੀ ਹੜਤਾਲ ਹੈਗੀ ਅਜੇ ਕਿੰਨੇ ਦਿਨ ਚੱਲੂਗੀ ਤੇ ਸ਼ਹਿਰ ਵਾਸੀਆਂ ਨੂੰ ਤੋਂ ਕਿਵੇਂ ਨਿਜਾਤ ਮਿਲ ਸਕਦੀ ਹੈ। ਸਾਰੇ ਮਾਮਲੇ 'ਤੇ ਆਪਾਂ ਇਹਨਾਂ ਨਾਲ ਗੱਲਬਾਤ ਅੱਜ ਕਰਨੀ ਹੈਗੀ। ਸੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸਵਾਗਤ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਰਗ ਸਾਹਿਬ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ ਕਿ ਸਫਾਈ ਸੇਵਕਾਂ ਦੀ ਹੜਤਾਲ ਹੈ ਜਿਹੜੀ 1 ਮਹੀਨਾ ਤਕਰੀਬਨ ਉਹਨੂੰ ਪੂਰਾ ਹੋਣ ਵਾਲਾ ਹੋ ਗਿਆ ਤੇ ਸ਼ਹਿਰਾਂ ਦਾ ਬਹੁਤ ਬੁਰਾ ਹਾਲ ਹੈ ਜੀ। ਕੀ ਸਮਝਦੇ ਹੋ ਇਹ ਪਹਿਲਾਂ ਤਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਬਾਰੇ ਦੱਸੋ ਵੀ ਇਹਨਾਂ ਦੀਆਂ ਮੰਗਾਂ ਕੀ ਨੇ ਅਸਲ, ਜਿਹਨੂੰ ਲੈ ਕੇ ਇਹ ਸਫਾਈ ਸੇਵਕ 1 ਮਹੀਨੇ ਤੋਂ ਤਕਰੀਬਨ ਆਪਣਾ ਕੰਮ ਛੱਡੀ ਬੈਠੇ ਆ? ਸੰਧੂ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡਾ ਇਸ ਗੱਲੋਂ ਰਿਣੀ ਹਾਂ ਕਿ ਤੁਹਾਨੇ ਮੈਨੂੰ ਇਸ ਯੋਗ ਸਮਝਿਆ ਵੀ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਸਕਦਾ, ਸਫਾਈ ਸੇਵਕਾਂ ਦਾ ਵੀ ਸ਼ਹਿਰ ਵਾਸੀਆਂ ਦਾ ਵੀ ਪੱਖ ਰੱਖ ਸਕਦਾ ਵੀ ਦੋਨੇ ਤਰ੍ਹਾਂ ਕਿਵੇਂ ਔਖਾਈ ਚੋਂ ਲੰਘ ਰਹੀਆਂ ਨੇ ਜੀ। ਜਿਹੜੀ ਸਫਾਈ ਸੇਵਕਾਂ ਦੀ ਹੜਤਾਲ ਦੀ ਗੱਲ ਆ ਜੀ ਸੰਧੂ ਸਾਹਿਬ, ਇੱਕ ਕਾਮੇ ਦਾ ਚੁੱਲ੍ਹਾ ਨਾ ਜਲੇ ਜੀ ਐਸੇ ਹਿੰਦੁਸਤਾਨ ਦੇ ਮੁਲਕ ਦੇ ਵਿੱਚ ਜਿਹੜਾ ਕਾਮਿਆਂ ਦੇ ਉੱਪਰ ਡਿਪੈਂਡ ਆ, ਕਿਸਾਨੀ ਦੇ ਉੱਪਰ ਡਿਪੈਂਡ ਆ, ਉਹ ਭੁੱਖੇ ਢਿੱਡ ਸੋਵੇ, ਫਿਰ ਉਹ ਮੁਲਕ ਤਰੱਕੀ ਨਹੀਂ ਕਰ ਸਕਦਾ। ਜੇ 8500 ਰੁਪਏ ਨਾਲ ਆਪਾਂ ਇਹਨਾਂ ਨੂੰ 8500 ਰੁਪਏ ਮਹੀਨਾ ਮਿਲਦਾ, ਜੇ ਕਿਸੇ ਵੇਲੇ ਬਿਮਾਰ ਹੋ ਜਾਣਾ, ਉਹ ਠੇਕੇਦਾਰ ਦੇ ਜਿਹੜੇ ਫੀਲੇ ਛੱਡੇ ਹੋਏ ਆ ਉਹ ਉਹਨਾਂ ਦੀ ਤਨਖਾਹ ਕੱਟ ਲੈਂਦਾ, ਕਿਉਂਕਿ DC ਰੇਟ 'ਤੇ ਕੰਟਰੈਕਟ ਬੇਸ 'ਤੇ ਡੇਲੀ ਬੇਸਿਸ 'ਤੇ ਲਾ ਲਓ ਤੁਸੀਂ ਜੀ ਵੀ ਉਹਦੀ ਤਨਖਾਹ ਕੱਟ ਲੈਂਦੇ ਆ ਜੀ। ਅਤੇ ਇਹ ਜਿਹੜੀ ਹੀਮ ਕਮੀਮ ਆ ਜਾਂ ਫਿਰ ਆਪਾਂ ਲਾ ਲਓ ਲੋੜ ਕਬੀਲਦਾਰੀ ਦੇ ਵਿੱਚ ਕੰਮਕਾਰ ਪੈਂਦੇ ਰਹਿੰਦੇ ਆ ਜੀ। ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ 7000 ਤੋਂ ਵੱਧ ਇਹਨਾਂ ਦੇ ਪੱਲੇ ਪੈਂਦੀ ਹੈ ਜੀ। ਜੇ ਆਪਾਂ 7000 ਰੁਪਈਆ ਮਹੀਨਾ ਲਾਈਏ ਜੀ, ਆਪਾਂ ਇੱਕ ਐਵਰੇਜ 5 ਜੀ ਹੋਈਏ ਇੱਕ ਪਰਿਵਾਰ ਦੇ ਵਿੱਚ, ਤੁਸੀਂ ਲਾ ਲਓ ਵੀ 3000 ਦਾ ਤਾਂ ਦੁੱਧ ਹੀ ਆ ਜਾਂਦਾ ਜੀ। ਫਿਰ ਇਹ ਕੰਮ ਕਿਵੇਂ ਚੱਲੂਗਾ? ਇਸ ਕਰਕੇ ਇਹਨਾਂ ਦੀਆਂ ਮੰਗਾਂ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਆ। ਇਹਨਾਂ ਦੀ ਤਨਖਾਹ ਘੱਟੋ ਘੱਟ ਜਿਹੜੀ 15-20 ਹਜ਼ਾਰ ਤਨਖਾਹ ਹੋਣੀ ਚਾਹੀਦੀ ਆ। ਇਹਨਾਂ ਨੂੰ ਜਿਹੜਾ ਠੇਕੇਦਾਰੀ ਸਿਸਟਮ ਆ ਉਹ ਸਰਕਾਰ ਨੇ ਇੱਕ ਲੁੱਟ ਦਾ ਸਿਸਟਮ ਬਣਾ ਲਿਆ। ਉਹ ਕੰਮ ਦੀ ਲੁੱਟ ਆ, ਇਦੋਂ ਵੱਧ ਕੋਈ ਚੀਜ਼ ਨਹੀਂ ਹੈਗੀ ਜੀ। ਜੇ ਇਹੀ DC ਰੇਟ 'ਤੇ ਮਿਊਨਿਸਪੈਲਿਟੀ ਰੱਖਦੀ, ਨਾਲੇ ਤਾਂ ਉਹਨਾਂ ਦੀ ਸਨੋਲਟੀ ਬਣਦੀ, ਨਾਲੇ ਸਿਕਿਉਰ ਰਹਿੰਦੇ, ਉਹਨਾਂ ਦਾ ਸ਼ੋਸ਼ਣ ਨਹੀਂ ਸੀ ਹੋਣਾ, ਅਤੇ ਨਾਲੇ ਕਿਸੇ ਨਾ ਕਿਸੇ ਵੇਲੇ ਸਨੋਲਟੀ ਵਾਈਜ਼ ਉਹਨਾਂ ਨੂੰ ਪੱਕੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਜੀ। ਅਤੇ ਇਸ ਕਰਕੇ ਜਿਹੜੀ ਇਹਨਾਂ ਦਾ, ਤੁਸੀਂ ਐਂ ਦੱਸੋ, ਇੱਕ ਮੁਲਾਜ਼ਮ, ਸਰਕਾਰੀ ਮੁਲਾਜ਼ਮ, ਪੱਕਾ ਮੁਲਾਜ਼ਮ ਆ ਜੀ, ਉਹਦੀ 70,000 ਰੁਪਇਆ ਤਨਖਾਹ ਗਈ ਜੀ। ਫਿਰ ਵੀ ਉਹਨੂੰ 6 ਮਹੀਨਿਆਂ ਮਗਰੋਂ ਮਹਿੰਗਾਈ ਭੱਤੇ ਦੀ ਕਿਸ਼ਤ ਲੱਗਦੀ ਆ ਜੀ। ਉਹ 5% ਲੱਗੇ, 4% ਲੱਗੇ, 3% ਲੱਗੇ, 6% ਲੱਗੇ ਜੀ। ਪਰ ਇਹਨਾਂ ਦਾ ਪਿਛਲੇ 5 ਸਾਲਾਂ ਤੋਂ DC ਰੇਟ ਕਿਉਂ ਨਹੀਂ ਵਧਾਇਆ ਜੀ? ਇਹ ਇੱਕ ਲੁੱਟ ਤੋਂ ਸਿਵਾ ਕੁਛ ਨਹੀਂ ਗਾ। ਜਿਹੜਾ ਕੰਮ ਆ ਸਵੇਰੇ 5 ਵਜੇ ਉੱਠ ਕੇ ਉਹਨੂੰ ਸਾਡੇ ਸ਼ਹਿਰ ਦਾ ਫਿਕਰ ਆ ਵੀ ਜੇ ਮੈਂ ਆਪਦੇ ਕੰਮ 'ਤੇ ਨਹੀਂ ਜਾਊ, ਜੇ ਮੈਂ ਸਫਾਈ 'ਤੇ ਨਹੀਂ ਜਾਊ ਤਾਂ ਬਾਜ਼ਾਰ ਦੇ ਵਿੱਚ ਰੌਣਕਾਂ ਨਹੀਂ ਦਿਖਣੀਆਂ, ਫਿਰ ਉੱਥੇ ਗੰਦ ਦਿਖੂਗਾ। ਉਹ ਦਿਨ ਚੜ੍ਹਨ ਤੋਂ ਪਹਿਲਾਂ, ਸਾਡੀਆਂ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਸਾਡੇ ਬਾਜ਼ਾਰਾਂ ਨੂੰ, ਗਲੀਆਂ ਨੂੰ ਲਿਸ਼ਕਾ ਦਿੰਦਾ ਗਾ। ਫਿਰ ਜੇ ਉਹ ਢਿੱਡ ਭਰ ਕੇ ਨਹੀਂ ਖਾਊਗਾ, ਉਹਦੇ ਬੱਚੇ ਭੁੱਖੇ ਰਹਿਣਗੇ, ਫਿਰ ਇਹ ਮੁਲਕ ਤਰੱਕੀ ਕਿਵੇਂ ਕਰੂ, ਫਿਰ ਉਹ ਕੰਮ ਕਿਵੇਂ ਕਰਨਗੇ? ਇਸ ਕਰਕੇ ਮੈਂ ਉਹਨਾਂ ਦੀਆਂ ਮੰਗਾਂ ਨਾਲ ਪੂਰੀ ਤਰ੍ਹਾਂ ਸਹਿਮਤ ਆ ਵੀ ਉਹਨਾਂ ਨੂੰ ਪੱਕੇ ਵੀ ਹੋਣਾ ਚਾਹੀਦਾ, ਉਹਨਾਂ ਦੀ ਤਨਖਾਹ 'ਚ ਵੀ ਘੱਟੋ ਘੱਟ 15 ਜਾਂ 20 ਹਜ਼ਾਰ ਤਨਖਾਹ ਹੋਣੀ ਚਾਹੀਦੀ ਆ। ਉਹਨਾਂ ਨੂੰ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਹੜੀ ਇੱਕ ਗੌਰਮੈਂਟ ਮੁਲਾਜ਼ਮ ਨੂੰ ਮਿਲਦੀਆਂ ਨੇ ਜੀ। ਬਿਲਕੁਲ ਜੀ, ਇਹ ਤੁਹਾਡੀ ਗੱਲ ਦਰੁਸਤ ਹੈ, ਕਿਉਂਕਿ ਠੇਕੇਦਾਰੀ ਸਿਸਟਮ ਦੋਸਤੋ ਇਸ ਤਰ੍ਹਾਂ ਦਾ ਵੀ ਦੋਹਰੀ ਲੁੱਟ ਹੈ। ਇੱਕ ਤਾਂ ਇਹ ਹੋ ਜਾਂਦਾ ਵੀ ਜਿੱਥੇ 20 ਬੰਦਿਆਂ ਦੀ ਬਜਾਏ ਬੰਦੇ 15 ਰੱਖੇ ਜਾਂਦੇ ਆ
ਤੇ ਉਹ ਤਨਖਾਹ ਖਾਧੀ ਜਾਂਦੀ ਆ 5-4 ਬੰਦਿਆਂ ਦੀ ਇਸ ਤਰ੍ਹਾਂ, ਫਿਰ ਉਹ ਜਿਹੜਾ 20 ਬੰਦਿਆਂ ਦਾ ਕੰਮ ਆ ਉਹ ਵੀ 15 ਬੰਦਿਆਂ ਤੋਂ ਲਿਆ ਜਾਂਦਾ, ਡਬਲ ਸ਼ੋਸ਼ਣ ਜਿਹੜਾ ਇੱਕ ਤਰ੍ਹਾਂ ਦੇ ਨਾਲ ਹੋ ਰਿਹਾ ਹੈਗਾ। ਸੋ ਇਹ ਸਾਰਾ ਸਿਸਟਮ ਜਿਸ ਤਰ੍ਹਾਂ ਹੇਮਰਾਜ ਜੀ ਨੇ ਦੱਸਿਆ ਵੀ ਉਹਨਾਂ ਦੀ ਜਿਹੜੀ ਤਨਖਾਹ ਹੈਗੀ ਉਹ ਵਾਕਈ ਉਸ ਢੰਗ ਦੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ ਔਰ ਠੇਕੇਦਾਰੀ ਸਿਸਟਮ ਆ ਜਿਹੜਾ ਬੰਦ ਹੋਵੇ। ਸੋ ਇਸ ਗੱਲ ਨੂੰ ਲੈ ਕੇ ਐਜੀਟੇਸ਼ਨ ਉਹਨਾਂ ਨੇ ਕੀਤਾ, ਐਜੀਟੇਸ਼ਨ ਤਾਂ ਕਰ ਲਿਆ ਉਹਨਾਂ ਨੇ, ਮਤਲਬ ਐਜੀਟੇਸ਼ਨ ਤੋਂ ਬਾਅਦ ਉਹਨਾਂ ਕੋਲੇ ਹੁਣ ਐਜੀਟੇਸ਼ਨ ਦਾ ਹੱਲ ਵੀ ਇਹੀ ਆ ਵੀ ਉਹਨਾਂ ਨੇ ਕੰਮ ਛੱਡਤਾ ਆਪਣਾ, ਤੇ ਉਹ ਕੰਮ ਛੱਡਿਆ ਉਹਦੇ ਨਾਲ ਦਿੱਕਤ ਆ ਜਿਹੜੀ ਹੁਣ ਉਹ ਸ਼ਹਿਰ ਵਾਸੀਆਂ ਨੂੰ ਪੈਦਾ ਹੁੰਦੀ ਹੈਗੀ, ਆਮ ਲੋਕਾਂ ਨੂੰ ਪੈਦਾ ਹੁੰਦੀ ਆ। ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਉਹਨਾਂ ਨੇ ਆਪਣਾ ਪ੍ਰੋਟੈਸਟ ਵੀ ਕਰਨਾ ਗਾ, ਆਪਣੀਆਂ ਮੰਗਾਂ ਦੇ ਲਈ, ਆਪਣੇ ਮੰਗਾਂ ਦੇ ਮਨਵਾਉਣ ਦੇ ਲਈ ਸਰਕਾਰ 'ਤੇ ਪ੍ਰੈਸ਼ਰ ਪਾਉਣਾ ਗਾ। ਪ੍ਰੈਸ਼ਰ ਪਾਉਣ ਦੇ ਲਈ ਉਹਨਾਂ ਕੋਲੇ ਸਾਧਨ ਇਹੀ ਲੱਗਿਆ, ਸ਼ਾਇਦ ਉਹਨਾਂ ਨੂੰ, ਉਹਨਾਂ ਦੀਆਂ ਯੂਨੀਅਨਾਂ ਨੂੰ, ਉਹਨਾਂ ਦੀਆਂ ਜਥੇਬੰਦੀਆਂ ਨੂੰ ਇਹੀ ਲੱਗਦਾ ਵੀ ਆਪਾਂ ਕੰਮ ਛੱਡ ਦਈਏ, ਸ਼ਹਿਰ ਦੀ ਸਫਾਈ ਬੰਦ ਕਰ ਦਈਏ ਤਾਂ ਛੇਤੀ ਸਾਡਾ ਦਬਾਅ ਪੈ ਜਾਊਗਾ। ਪਰ ਸ਼ਹਿਰ ਦੀ ਸਫਾਈ ਦਾ ਸਰਕਾਰ ਤੇ ਦਾ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਹੈਗੀ, ਕਿਉਂਕਿ ਮੈਨੂੰ ਲੱਗਦਾ ਵੀ ਸਰਕਾਰ ਦੇ ਨੁਮਾਇੰਦੇ ਤਾਂ ਰਹਿੰਦੇ ਹੀ ਨਹੀਂ ਇੱਥੇ। ਸੋ ਇਹਨਾਂ ਗੱਲਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਸੰਧੂ ਸਾਹਿਬ ਗੱਲ ਇਹ ਆ, ਆਪਣੇ ਇੱਕ ਰਿਵਾਜ ਬਣ ਗਿਆ, ਰੀਤ ਬਣ ਗਈ ਵੀ ਜਿੰਨਾ ਤੱਕ ਹੜਤਾਲ ਨਹੀਂ ਕਰਦੇ, ਜਿੰਨਾ ਤੱਕ ਕੋਈ ਕੁਛ ਮੰਗਦਾ ਨਹੀਂ, ਉਹ ਜਾਇਜ਼ ਹੋਵੇ ਨਜਾਇਜ਼ ਹੋਵੇ, ਸਰਕਾਰਾਂ ਉਹਨਾਂ ਤੱਕ ਉਹਨੂੰ ਦਿੰਦੀਆਂ ਨਹੀਂ। ਖਾਸ ਕਰਕੇ ਇਲੈਕਸ਼ਨਾਂ ਦੇ ਲਵੇ ਆ ਕੇ ਆਪਦੀਆਂ ਮੰਗਾਂ ਰੱਖਦੇ ਆ, ਕਿਉਂਕਿ ਇਲੈਕਸ਼ਨਾਂ ਦੇ ਲਵੇ ਆ ਕੇ ਵੋਟਾਂ ਦੀ ਚਿੰਤਾ ਹੁੰਦੀ ਆ, ਉਹ ਜ਼ਿਆਦਾਤਰ ਕੈਟੇਗਰੀਆਂ ਦੀਆਂ ਗੱਲਾਂ ਮੰਨ ਲੈਂਦੇ ਆ ਜੀ। ਪਰ ਜਿਹੜੀ ਇਹ ਹੜਤਾਲ ਸੀ, ਇਹ ਸਾਡੇ ਸਫਾਈ ਸੇਵਕ ਵੀਰਾਂ ਨੂੰ ਵੀ ਇਹੀ ਉਮੀਦ, ਸਾਨੂੰ ਵੀ ਇਹ ਉਮੀਦ ਸੀ ਵੀ ਇਹ 5-7-10 ਦਿਨ ਇਹਨਾਂ ਉਹ ਹੜਤਾਲ ਚੱਲੂ, ਕਿ ਉਹਨਾਂ ਬਿਨਾਂ ਸਰਦਾ ਤਾਂ ਇਹ ਨਹੀਂਗਾ ਜੀ। ਕਿਉਂ ਸਭ ਤੋਂ ਵੱਧ ਜੇ ਕੋਈ ਕੰਮ ਆ, ਕਰੋਨਾ ਦੇ ਵਿੱਚ ਲੈ ਲਓ ਤੁਸੀਂ, ਹੋਰ ਦੇ ਵਿੱਚ ਲੈ ਲਓ, ਲੋਕਾਂ ਨੇ ਦੁਕਾਨਦਾਰੀਆਂ ਬੰਦ ਕਰਤੀ ਆ, ਦਫ਼ਤਰ ਬੰਦ ਹੋ ਗਏ, ਹੋਰ ਬੰਦ ਹੋ ਗਏ, ਅੱਧ-ਪਚੱਧ, ਪਰ ਇਹ ਆਪਦੀ ਡਿਊਟੀ ਤੇ ਤਨਦੇਹੀ ਨਾਲ ਉਸ ਤਰ੍ਹਾਂ ਹੀ ਆਉਂਦੇ ਰਹੇ ਜਿਵੇਂ ਪਹਿਲਾਂ ਆਉਂਦੇ ਸੀ। ਇਸ ਕਰਕੇ ਇਹ ਇੱਕ ਜ਼ਰੂਰੀ ਚੀਜ਼ ਆ ਗਈ ਸਫਾਈ ਆ ਜਿਹੜੀ ਜੀ। ਸਾਨੂੰ ਵੀ ਉਮੀਦ ਸੀ ਵੀ ਸ਼ਾਇਦ 5-7-10 ਦਿਨਾਂ ਦੇ ਵਿੱਚ ਇਹਨਾਂ ਦੀਆਂ ਮੰਗਾਂ ਮੰਨ ਲਿੱਤੀਆਂ ਜਾਣਗੀਆਂ ਜੀ, ਪਰ ਜਿਹੜੀ ਇਹ ਬੌਲੀ ਸਰਕਾਰ ਆ, ਇਹਨਾਂ ਨੂੰ ਕਿਸੇ ਦਾ ਕੋਈ ਫਿਕਰ ਨਹੀਂ, ਇਹ ਟੱਠੇ ਖੂਹ 'ਚ ਜਾਵੇ ਜਿਹੜਾ ਮਰਜ਼ੀ, ਨਾ ਇਹਨੂੰ ਸ਼ਹਿਰੀਆਂ ਦਾ ਫਿਕਰ ਆ, ਨਾ ਇਹਨੂੰ ਕਾਮਿਆਂ ਦਾ ਫਿਕਰ ਆ। ਇਹਨਾਂ ਨੂੰ ਆਪਦੇ, ਇਹਨਾਂ ਨੂੰ ਤੇ ਇਹਨਾਂ ਦੇ ਵਜ਼ੀਰਾਂ ਨੂੰ, ਇਹਨਾਂ ਦੇ ਅਫਸਰਾਂ ਨੂੰ ਲੁੱਟ ਤੋਂ ਸਿਵਾ ਕੋਈ ਮਤਲਬ ਨਹੀਂ। ਇੱਕ ਘਟਨਾ ਇਹ ਵਾਪਰ ਗਈ, ਜਿਹੜਾ ਸਾਡਾ ਚੀਫ ਮਿਨਿਸਟਰ ਆ ਉਹ ਲੋਕਾਂ ਨੂੰ ਮਿਲਦਾ ਹੀ, ਉਹ ਲੋਕਾਂ ਨੂੰ ਮਿਲਦਾ ਹੀ ਨਹੀਂ, ਉਹ ਐਮਐਲਏ ਨੂੰ ਨਹੀਂ ਮਿਲਦਾ, ਉਹ ਮੰਤਰੀਆਂ ਨੂੰ ਨਹੀਂ ਮਿਲਦਾ, ਯੂਨੀਅਨ ਦੇ ਨੁਮਾਇੰਦਿਆਂ ਨੂੰ ਤਾਂ ਕਿੱਥੋਂ ਮਿਲੂ, ਮੰਤਰੀਆਂ ਨੂੰ ਨਹੀਂ ਮਿਲਦਾ, ਸਾਲ 2-2 ਸਾਲ ਕਹਿੰਦੇ ਲੰਘ ਜਾਂਦੇ ਆ ਜੀ। ਇਸ ਕਰਕੇ ਉਹ ਐਸ਼ੋ ਪ੍ਰਸਤ ਵਾਲਾ ਬੰਦਾ ਗਾ, ਉਹਨੂੰ ਕਿਸੇ ਕਿਸਮ ਦਾ ਕੋਈ ਫਿਕਰ ਨਹੀਂ। ਇਹਨਾਂ ਨੂੰ ਅੱਜ ਸੰਧੂ ਸਾਹਿਬ 1 ਮਹੀਨਾ ਹੋ ਗਿਆ ਹੜਤਾਲ ਕੀਤੀ ਜੀ। 1 ਮਹੀਨੇ ਦੀ ਕਿਸੇ ਡੀਸੀ ਤੇ, ਕਿਸੇ ਐਸਡੀਐਮ ਤੇ, ਕਿਸੇ ਈਓ ਤੇ, ਕਿਸੇ ਮੰਤਰੀ ਸੰਤਰੀ ਤੇ, ਕਿਸੇ ਹਲਕਾ ਇੰਚਾਰਜ ਤੇ ਜੂ ਨਹੀਂ ਸਰਕਣੀ ਵੀ ਕਿਵੇਂ ਆ ਜੀ? ਮੈਂ ਤੁਹਾਨੂੰ ਦੇਖ ਕੇ ਆਇਆ, ਅੱਜ ਵੀ ਮੈਂ ਜਾ ਕੇ ਆਇਆਗਾ, ਤੇ ਡੀਸੀ ਦਫ਼ਤਰ ਵੀ ਸਫਾਈ ਹੋ ਰਹੀ ਹੈ, ਮੰਤਰੀਆਂ ਸੰਤਰੀਆਂ ਦੀ ਵੀ ਹੋ ਰਹੀ ਹੈਗੀ, ਮਤਲਬ ਕੋਰਟ ਕਚਹਿਰੀਆਂ 'ਚ ਵੀ ਹੋ ਰਹੀ ਆ। ਉੱਥੇ ਤਾਂ ਮਤਲਬ ਪਰੇਸ਼ਾਨ ਤਾਂ ਲੋਕ ਨੇਗੇ, ਉਹਨਾਂ ਦੇ ਤਾਂ ਕੰਨ ਤੇ ਜੂੰ ਸਰ ਕੇ, ਉਹੀ ਗੱਲ ਆ ਸੰਧੂ ਸਾਹਿਬ, ਉੱਥੇ ਤਾਂ ਲਗਾਤਾਰ ਚੱਲ ਰਿਹਾ ਕੰਮ ਉਹਨਾਂ ਦਾ, ਉਹਨਾਂ ਨੂੰ ਕੀ ਪਤਾ ਲੱਗਦਾ? ਸੰਧੂ ਸਾਹਿਬ ਇਹੀ ਗੱਲ ਆ, ਇਹ ਸਾਡੇ ਸਫਾਈ ਸੇਵਕਾਂ ਦੇ ਨੁਮਾਇੰਦਿਆਂ ਨੂੰ ਜੀ ਜਦੋਂ 10-12-15 ਦਿਨ ਇਹ ਹੜਤਾਲ ਨੂੰ ਲੰਘੇ ਸੀ ਜੀ, ਇਹਨਾਂ ਨੂੰ ਅਗਲੇ ਸਟੈਪ ਬਾਰੇ ਸੋਚਣਾ ਚਾਹੀਦਾ ਸੀ ਵੀ ਇਹ 15 ਦਿਨ ਸਾਨੂੰ ਹੜਤਾਲ ਤੇ ਗਿਆ ਨੂੰ ਹੋ ਗਏ, ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗ ਗਏ, ਇਹਨਾਂ ਤੇ ਕੋਈ ਅਸਰ ਤਾਂ ਹੋਇਆ ਨਹੀਂ ਜੀ। ਇਹ ਇਹਨਾਂ ਨੂੰ ਹੜਤਾਲ, ਜਿਹੜੀ ਇਹਨਾਂ ਨੂੰ ਹੜਤਾਲ ਸੀ, ਇਹ ਅਗਲਾ ਸਟੈਪ ਚੱਕਦੇ ਹੋਏ ਜੀ ਅਫਸਰਾਂ ਦੇ ਘਰਾਂ ਤੱਕ ਜੀ, ਹਲਕਾ ਇੰਚਾਰਜਾਂ ਦੇ ਘਰਾਂ ਤੱਕ ਜੀ, ਐਮਐਲਏ ਦੇ ਘਰਾਂ ਤੱਕ ਜੀ, ਵਜ਼ੀਰਾਂ ਦੇ ਘਰਾਂ ਤੱਕ ਇਹਨਾਂ ਨੂੰ ਲੈ ਕੇ ਜਾਣੀ ਚਾਹੀਦੀ ਸੀ ਜੀ। ਕਿਉਂ? ਜਿਹੜੇ ਸਾਡੇ ਵਜ਼ੀਰ ਆ, ਚੰਡੀਗੜ੍ਹ ਕੋਠੀਆਂ ਮਿਲੀਆਂ ਹੋਈਆਂ ਜੀ, ਬਿਲਕੁਲ। ਜਿਹੜਾ ਸਾਡਾ ਹਲਕਾ ਇੰਚਾਰਜ ਆ, ਮੈਂ ਬਰਨਾਲੇ ਦੀ ਗੱਲ ਕਰਨਾ, ਉਹ ਚੰਡੀਗੜ੍ਹ ਰਹਿੰਦਾ, ਬਰਨਾਲੇ ਤਾਂ ਰਹਿੰਦਾ ਨਹੀਂ ਜੀ। ਜਿਹੜੇ ਸਾਡੇ ਅਫਸਰ ਆ, ਜਿਨ੍ਹਾਂ ਨੇ ਇਹਨਾਂ ਦੀ ਰੂਪ ਰੇਖਾ ਬਣਾ ਕੇ ਉੱਪਰ ਭੇਜਣੀਆਂ ਜਾਂ ਉੱਪਰੋਂ ਮੰਗਣੀਆਂ ਨੀਚੇ, ਉਹ ਮਿਊਨਿਸਪੈਲਿਟੀ ਦਾ ਈਓ ਆ, ਜਿਹਦੇ ਅੰਡਰ ਅਸੀਂ ਮਿਊਨਿਸਪੈਲਿਟੀ ਦੇ ਸਫਾਈ ਸੇਵਕ ਆਉਂਦੇ ਆ, ਫਿਰ ਐਸਡੀਐਮ ਆ, ਫਿਰ ਡੀਸੀ ਆ, ਇਹਨਾਂ ਸਾਰੇ ਤਾਂ ਸਫਾਈ ਹੋ ਰਹੀ ਆ। ਬਿਲਕੁਲ ਜੀ, ਮਿਊਨਿਸਪੈਲਿਟੀ ਇਹਨਾਂ ਦੇ ਤਾਂ ਘਰ ਦਰਬਾਰ ਦਫ਼ਤਰ ਦੀ ਸੜਕਾਂ ਲਿਸ਼ਕਦੀਆਂ ਨੇ ਜੀ, ਇਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਬਿਲਕੁਲ। ਅੱਛਾ ਇੱਕ ਮੈਨੂੰ ਐਂ ਲੱਗਦਾ ਵੀ ਇਹ ਸਾਡੇ ਨਹੀਂ ਹੈਗੇ ਜੀ, ਕਿਉਂ? ਜੇ ਸਾਡੇ ਹੁੰਦੇ ਇਹਨਾਂ ਨੂੰ ਫਿਕਰ ਹੁੰਦਾ, ਸਾਡੇ ਜਵਾਕਾਂ ਦਾ ਫਿਕਰ ਹੁੰਦਾ, ਕੱਲ ਨੂੰ ਬਿਮਾਰੀ ਫੈਲ ਗਈ ਫੇਰ ਜੀ।
ਜੇ ਆਪਾਂ ਸੋਚੇ ਬਰਸਾਤੀ ਰੁੱਤ ਤਾਂ ਮੌਨਸੂਨ ਦਾ ਦਸਤਕ ਦੇਗੀ ਪੰਜਾਬ ਦੇ ਵਿੱਚ। ਜੀ ਪੰਜਾਬ 'ਚ ਮੌਨਸੂਨ ਪਹੁੰਚ ਚੁੱਕੀ ਆ। 2 ਦਿਨਾਂ ਤੋਂ ਮਿੰਨੀ ਬਾਰਿਸ਼ ਹੋ ਰਹੀ ਆ, ਭਾਰੀ ਬਾਰਿਸ਼ ਦੀ ਸੰਭਾਵਨਾ ਗੀ। 1 ਮਹੀਨੇ ਤੋਂ ਸਫਾਈ ਨਾ ਹੋਈ ਹੋਵੇ, ਬਰਸਾਤੀ ਰੁੱਤ ਹੋਵੇ, ਮੌਨਸੂਨ ਆ ਗਈ ਹੋਵੇ, ਇਹਨਾਂ ਨੂੰ ਐ ਨਹੀਂ ਪਤਾ ਵੀ ਡੇਂਗੂ ਫੈਲ ਜੂ, ਹੈਜਾ ਫੈਲ ਜੂ, ਗੈਸਟ੍ਰੋਇੰਟਰਾਈਟਿਸ ਫੈਲ ਜੂ, ਕਰੋਨਾ ਦਾ ਟਾਈਮ ਆ, ਬੱਚਿਆਂ ਦਾ ਕੀ ਬਣੂਗਾ ਨਾ, ਇਹਨਾਂ ਨੂੰ ਬਿਲਕੁਲ ਹੀ ਕੋਈ ਫਿਕਰ ਨਹੀਂ ਹੈਗਾ। ਇੱਕ ਵੱਡਾ ਜਿਹੜਾ ਮਸਲਾ ਇਹ ਵੀ ਪੈਦਾ ਹੋ ਸਕਦਾ ਵੀ ਜਿਹੜਾ ਹੁਣ ਇਹ ਢੇਰ ਲੱਗੇ ਪਿਆ, ਖੁਦਾ ਨਾ ਖਾਸਤਾ ਵੱਡਾ ਭਾਰੀ ਮੀਂਹ ਪੈ ਗਿਆ ਤੇ ਸਾਰਾ ਸੀਵਰੇਜ ਸਿਸਟਮ ਜਾਮ ਕਰ ਦੂ ਜੀ। ਇਹ ਜਦੋਂ ਇਹ ਸਾਰਾ ਵਿੱਚ ਜਾ ਵੜਿਆ, ਸਾਰਾ ਕੁਝ ਜੋ ਢੇਰ ਲੱਗੇ ਪਏ ਨੇ ਪਾਣੀ ਨੇ ਧੱਕ ਕੇ ਜਦੋਂ ਉਹਨੂੰ ਸੀਵਰੇਜ ਕਨੀ ਧੱਕ ਤੋਰਤਾ ਤੇ ਸਾਰਾ ਕੁਝ ਬੰਦ ਹੋ ਜਾਣਾ। ਪਤਾ ਨਹੀਂ, ਫਿਕਰ ਹੀ ਨਹੀਂ ਹੈ ਕਿਸੇ ਨੂੰ। ਸੰਧੂ ਸਾਹਿਬ, ਮੈਂ ਤਕਰੀਬਨ ਸਵੇਰੇ 5:30-6 ਵਜੇ ਘਰੋਂ ਨਿਕਲ ਜਾਂਦਾ ਜੀ, ਆਥਣ ਤੱਕ ਮੈਂ ਕੋਈ ਬਰਨਾਲੇ ਦਾ ਇਹੋ ਜਿਹਾ ਇਲਾਕਾ ਹੋ ਜਿਹੜੇ ਇਲਾਕੇ 'ਚ ਨਹੀਂ ਜਾਂਦਾ ਜੀ, ਕਿਉਂਕਿ ਮੇਰੇ ਮਿੱਤਰ ਪਿਆਰੇ, ਮੈਂ ਡਾਕਟਰੀ ਪੇਸ਼ੇ ਨਾਲ ਜੁੜਿਆ ਹੋਇਆ, ਮੈਨੂੰ ਬੁਲਾਉਂਦੇ ਰਹਿੰਦੇ ਆ, ਜਾਂ ਮੈਂ ਵਿਚਰਨ ਦਾ ਮੇਰਾ ਸ਼ੌਂਕ ਆ, ਰਿਸ਼ਤੇਦਾਰੀਆਂ ਨਿਭਾਉਣ ਦਾ, ਆਪਸਦਾਰੀਆਂ ਨਿਭਾਉਣ ਦਾ ਮੇਰਾ ਸ਼ੌਂਕ ਆ। ਕੋਈ ਇਹੋ ਜਿਹਾ ਇਲਾਕਾ ਨਹੀਂ ਜਿੱਥੋਂ ਦੀ ਤੁਸੀਂ ਮੂੰਹ ਬੰਨੇ ਬਿਨਾਂ ਲੰਘ ਸਕਦੇ। ਬਿਲਕੁਲ ਜੀ, ਬਿਲਕੁਲ। ਹਾਂਜੀ, ਜਿੱਥੇ ਲਿਫਾਫਿਆਂ ਦੇ ਢੇਰ, ਗੰਦਗੀ ਦੇ ਢੇਰ, ਨਾਰੀਅਲ ਹੋਰ ਮੈਂ ਕਹਿੰਦਾ ਗਠੜੀਆਂ ਤੇ ਗਠੜੀਆਂ ਕੱਪੜਿਆਂ ਦੀਆਂ ਸੱਟੀਆਂ ਹੋਈਆਂ ਤੁਸੀਂ ਲਾ ਲਓ, ਰਜਾਈਆਂ ਸੱਟੀਆਂ ਹੋਈਆਂ ਲਾ ਲਓ, ਪੁਰਾਣੇ ਫਟੇ ਪੁਰਾਣੇ ਕੱਪੜੇ ਢੇਰ ਦੇ ਢੇਰ ਲੱਗੇ ਹੋਏ ਆ। ਐਂ ਲੱਗਦਾ ਗਾ ਜਿਵੇਂ ਸਾਨੂੰ ਕਿਸੇ ਨੇ ਛੱਡਤਾ, ਜਿਵੇਂ ਕੋਈ ਆਪਦੇ ਜਵਾਕ ਨੂੰ ਬੇਦਖਲ ਕਰ ਦਿੰਦਾ। ਸਾਨੂੰ ਇਹ ਸਰਕਾਰ ਨੇ, ਸਾਨੂੰ ਇਹ ਅਫਸਰਾਂ ਨੇ ਬੇਦਖਲ ਕਰਤਾ ਲੱਗਦਾ ਗਾ ਸ਼ਾਇਦ। ਜੀ ਬਿਲਕੁਲ ਜੀ। ਪਰ ਹੁਣ ਇਹਨਾਂ ਤੇ ਅਸਰ ਕਿਵੇਂ ਹੋਊ ਜੀ? ਅਸਰ ਤਾਂ ਇਹਨਾਂ ਦੇ ਹਜੇ ਤੱਕ ਹੋਇਆ ਨਹੀਂ। ਰੌਲਾ ਤਾਂ ਹੁਣ ਇਹ ਮੈਂ ਸਫਾਈ ਸੇਵਕਾਂ ਦੇ ਧਰਨੇ ਦੇ ਵਿੱਚ ਵੀ ਜਾ ਕੇ ਕਹਿ ਕੇ ਆਇਆ ਸੀ ਵੀ ਸੋਨੂੰ ਇਹ ਲੜਾਈ ਐਸਡੀਐਮ ਦੇ ਦਫ਼ਤਰ, ਡੀਸੀ ਦੇ ਦਫ਼ਤਰ ਜਾਂ ਈਓ ਦੇ ਦਫ਼ਤਰ, ਜਾਂ ਫਿਰ ਉਦੋਂ ਅਗਲਾ ਸਟੈਪ ਹਲਕਾ ਇੰਚਾਰਜ ਐਮਐਲਏ, ਜਾਂ ਫਿਰ ਉਦੋਂ ਅਗਲਾ ਸਟੈਪ ਸਾਡੇ ਬਰਨਾਲੇ ਜ਼ਿਲ੍ਹੇ ਦਾ ਤਾਂ ਕੋਈ ਮੰਤਰੀ ਹੈ ਨਹੀਂ ਜੀ, ਜਾਂ ਤਾਂ ਫਿਰ ਆਪਾਂ ਸੰਗਰੂਰ ਜ਼ਿਲ੍ਹੇ ਦਾ ਬਜਿੰਦਰ ਸਿੰਘਲਾ ਕਹਿ ਸਕਦਾ ਜਿਹੜਾ 30-35 ਕਿਲੋਮੀਟਰ ਆ ਉਰੋਂ, ਜਾਂ ਫਿਰ ਆਪਾਂ ਉਰੋਂ ਰਜੀਆ ਕਹਿ ਸਕਦੇ, ਨਵਾਂ ਮਲੇਰਕੋਟਲਾ ਜ਼ਿਲ੍ਹਾ ਬਣਿਆ। ਬਰਨਾਲੇ ਜ਼ਿਲ੍ਹੇ ਦਾ ਕੋਈ ਮੰਤਰੀ ਨਹੀਂ, ਬਰਨਾਲੇ ਦੀ ਵੀ ਨੁਮਾਇੰਦਗੀ ਇਹਨਾਂ ਨਹੀਂ ਕਰਨੀ ਜਾਂ ਸਾਡੇ ਹਲਕੇ ਇੰਚਾਰਜ ਨੇ। ਨਹੀਂ, ਹਾਲਾਤ ਤਾਂ ਹੁਣ ਸੰਗਰੂਰ ਦੇ ਵੀ ਉਹੀ ਆ ਜਿਹੜੇ ਬਰਨਾਲੇ ਦੇ ਨੇ, ਉੱਥੇ ਕਿਹੜਾ ਕੋਈ ਵੱਖਰਾ ਨਹੀਂ ਜੀ। ਇਹ ਸ਼ੁਰੂਆਤ ਕਿਤੋਂ ਤਾਂ ਕਰਨੀ ਪਊ ਨਾ ਜੀ। ਇਹਨਾਂ ਨੂੰ ਪੰਜਾਬ ਪੱਧਰ ਤੇ ਇਹ ਸ਼ਿਫਟ ਕਰ ਦੇਣੀ ਚਾਹੀਦੀ ਆ। ਇਹਨਾਂ ਨੂੰ ਇਹੀ ਟਰਾਲੀਆਂ ਭਰ ਕੇ ਇਹਨਾਂ ਦੇ ਦਫ਼ਤਰਾਂ ਮੂਹਰੇ, ਇਹਨਾਂ ਦੇ ਘਰਾਂ ਮੂਹਰੇ, ਲੋਕਾਂ ਨੂੰ ਨਾਲ ਲੈ ਕੇ ਇਹਨਾਂ ਦੇ ਵਜ਼ੀਰਾਂ ਦੇ ਘਰਾਂ ਮੂਹਰੇ ਇਹਨਾਂ ਨੂੰ ਸਿੱਟਣੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਜਿਨ੍ਹਾਂ ਨਾਲ ਇਹਨਾਂ ਦੀਆਂ ਮੰਗਾਂ ਦਾ ਕੋਈ ਸੰਬੰਧ ਨਹੀਂ ਆਮ ਪਬਲਿਕ ਨਾਲ, ਉਹਨਾਂ ਦੇ ਦਰਵਾਜ਼ਿਆਂ 'ਤੇ ਪਈਆਂ ਨੇ, ਉਹਨਾਂ ਦੇ ਘਰਾਂ 'ਤੇ ਪਈਆਂ ਨੇ। ਇਹਨਾਂ ਨੂੰ ਇਹ ਉੱਥੋਂ ਤੱਕ ਸ਼ਿਫਟ ਕਰਨਾ ਚਾਹੀਦਾ ਗਾ। ਮੰਨ ਲਓ ਮੀਂਹ ਪੈ ਗਿਆ ਕੱਲ੍ਹ ਨੂੰ, ਬਿਮਾਰੀ ਫੈਲ ਗਈ, ਲੋਕਾਂ ਦੀ ਇਹ ਇੱਕ ਜਿਹੜੀ ਚੁੱਪ ਆ ਜੀ, ਜਿਵੇਂ ਕਹਿੰਦੇ ਭੁਚਾਲ ਤੋਂ ਪਹਿਲਾਂ ਦੀ ਚੁੱਪ ਆ ਜੀ, ਇਹ ਭੁਚਾਲ ਤੋਂ ਪਹਿਲਾਂ ਦੀ ਚੁੱਪ ਆ। ਇਹ ਮੈਂ ਸਫਾਈ ਸੇਵਕਾਂ ਦੇ ਨੁਮਾਇੰਦਿਆਂ ਨੂੰ ਇਹ ਗੱਲ ਕਹਿਣਾ ਗਾ, ਆਪਾਂ 1 ਮਹੀਨਾ ਹੜਤਾਲ ਹੋ ਗਏ ਖੱਟ ਲਈ, ਆਪਣੀ ਹੜਤਾਲ ਕਾਮਯਾਬ ਆ, ਉਹ ਪਰ ਸ਼ਹਿਰੀਆਂ ਦੇ ਸਿਰ 'ਤੇ ਕਾਮਯਾਬ ਆ ਜੀ, ਉਹ ਸ਼ਹਿਰੀਆਂ ਦੇ ਸਿਰ 'ਤੇ ਕਾਮਯਾਬ ਆ। ਸ਼ਹਿਰੀਆਂ ਨੇ ਉਫਨੀ ਕੀਤੀ, ਸੋਡੇ ਨਾਲ ਹਾਂ ਦੇ ਹਾਂ ਨਾਲ ਮਿਲਾ ਕੇ ਚੱਲ ਰਹੇ ਆ ਜੀ, ਪਰ ਉਹ ਇੱਕ ਬਰਦਾਸ਼ਤ ਕਰਨ ਦੀ ਹੱਦ ਵੀ ਹੋ ਸਕਦੀ ਆ ਜੀ। ਕਿਤੇ ਇੰਜ ਨਾ ਹੋਵੇ ਹਾਲਾਤ ਐ ਹੋ ਜਾਣ ਆਪਾਂ ਆਪਸ ਵਿੱਚ ਹੀ ਝਗੜ ਪਈਏ ਜੀ, ਔਰ ਇਹ ਹੋ ਸਕਦੇ ਆ ਜੀ, ਕਿਉਂਕਿ ਬੱਚੇ ਕਿਹਨੂੰ ਨਹੀਂ ਬਿਮਾਰੇ ਵਿਚਾਰੇ ਹੈਗੇ, ਬੱਚੇ ਦਾ ਹਰੇਕ ਨੂੰ ਪਿਆਰੇ ਆ। ਜਦੋਂ ਕੱਲ ਨੂੰ ਕਿਸੇ ਨੂੰ ਦਿਖੂ ਵੀ ਮੇਰਾ ਜਵਾਕ ਬਿਮਾਰ ਹੋ ਸਕਦਾ ਜੀ, ਮੈਨੂੰ ਹੈਜਾ ਫੈਲ ਸਕਦਾ, ਸਾਨੂੰ ਉਲਟੀਆਂ ਟੱਟੀਆਂ ਦਸਤ ਲੱਗ ਸਕਦੇ ਆ, ਸਾਨੂੰ ਮਲੇਰੀਆ ਹੋ ਸਕਦਾ, ਸਾਨੂੰ ਇਹ ਤੋਂ ਡੇਂਗੂ ਹੋ ਸਕਦਾ, ਫਿਰ ਉਹ ਬੰਦੋਬਸਤ ਕਿਉਂ ਨਹੀਂ ਕਰੂ ਜੀ? ਬਿਲਕੁਲ ਜੀ, ਉਹ ਤਾਂ ਬੰਦੋਬਸਤ ਕਰੂਗਾ ਜੇ ਲੋਕ ਆਪ ਕਰਨ ਲੱਗੇ। ਐਸ ਕਰਕੇ ਇਹ ਨੌਬਤ ਆਉਣ ਤੋਂ ਪਹਿਲਾਂ ਮੈਂ ਸਫਾਈ ਸੇਵਕ ਨੁਮਾਇੰਦਿਆਂ ਨੂੰ ਇੱਕ ਬੇਨਤੀ ਕਰਦਾ, ਕਿਉਂ ਮੈਂ ਉਹਨਾਂ ਨਾਲ ਬਹੁਤ ਪਿਆਰ ਮੁਹੱਬਤ ਆ ਮੇਰਾ, ਮੈਂ ਬਹੁਤ ਵਿਚਰਦਾ, ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ। ਮੈਂ ਪਿਛਲੇ 15 ਸਾਲਾਂ ਤੋਂ ਐਮਸੀ ਆ, ਮੈਨੂੰ ਕਿਤੇ ਲਾਂਭਾ ਨਹੀਂ ਮਿਲਿਆ ਇਹਨਾਂ ਦਾ ਵੀ ਭਾਈ ਮੈਂ ਕੋਈ ਕੰਮ ਕਹਿਤਾ ਹੋਵੇ ਇਹਨਾਂ ਨੇ ਨਾ ਕੀਤਾ ਹੋਵੇ, ਜਾਂ ਮੇਰੇ ਵਾਰਡ ਦੇ ਵਿੱਚ ਟਮਾਟਰਲਾ ਤਾਂ ਹਰੇਕ ਆਪਣੇ ਘਰ 'ਚ ਵੀ ਕੋਈ ਹੁੰਦਾ ਗਾ, ਪਰ 99% ਲੋਕ ਸੇਵਾਦਾਰ ਆ, ਇਹ 'ਚ ਕੋਈ ਰੌਲਾ ਨਹੀਂ ਹੈਗਾ ਜੀ। ਪਰ ਜੇ ਆਪਾਂ ਆਪਸ ਵਿੱਚ ਉਲਝ ਗਏ
ਸਟ੍ਰਾਈਕ ਫੇਲ ਹੋ ਗਈ ਫਿਰ ਕੀ ਬਣੂ ਜੀ ਆਪਣਾ 1 ਮਹੀਨੇ ਦੀ ਮਿਹਨਤ ਕੀਤੀ ਕਰੀ ਬੇਕਾਰ ਵਗ ਜੂ ਜੀ ਇਸ ਕਰਕੇ ਇਹਨਾਂ ਨੂੰ ਇਹਦੇ 2 ਰਸਤੇ ਆ ਜੀ ਜਾਂ ਤਾਂ ਤੁਰੰਤ ਇਹ ਲੜਾਈ ਅਫਸਰਾਂ ਦੇ ਘਰਾਂ ਤੱਕ ਸ਼ਿਫਟ ਕਰ ਦੇਣੀ ਚਾਹੀਦੀ ਆ ਜੀ। ਅਫਸਰਾਂ ਦੇ ਵਜ਼ੀਰਾਂ ਦੇ ਹਲਕਾ ਇੰਚਾਰਜ ਐਮਐਲਏ ਦੇ ਘਰਾਂ ਤੱਕ ਸ਼ਿਫਟ ਕਰ ਦੇਣੀ ਚਾਹੀਦੀ ਆ ਜੀ ਉੱਥੇ ਜਿਹੜੀ ਸਜ਼ਾ ਜਿਹੜੇ ਹਾਲਾਤ 'ਚੋਂ ਅਸੀਂ ਲੰਘ ਰਹੇ ਆ ਸ਼ਹਿਰੀ ਬੰਦੇ ਉਹੀ ਹਾਲਾਤ 'ਚੋਂ ਨਿਕਲਣ ਕਿਉਂ ਜੇ ਅੱਜ ਸਾਨੂੰ ਤਕਲੀਫ ਆ ਫਿਰ ਉਹਨਾਂ ਨੂੰ ਵੀ ਤਕਲੀਫ ਹੋਊ ਕੱਲ੍ਹ ਨੂੰ ਉਹ ਆਪਣੇ ਆਪ ਅੱਗੇ ਕਹਿਣਗੇ ਜੀ ਆਪਣੇ ਆਕਾਂ ਨੂੰ ਜਾਂ ਫਿਰ ਇਹ 1-2 ਦਿਨ ਬਚਾਲ ਦੀ ਡ੍ਰੌਪ ਕਰਕੇ ਇੱਕ ਵਾਰੀ ਸ਼ਹਿਰ ਦੀ ਸਫਾਈ ਹੋ ਜੇ ਜੀ ਲੋਕ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੜਤਾਲ ਨਾ ਵਾਪਸ ਲੈਣ ਜੀ ਮੈਂ ਹੜਤਾਲ ਵਾਪਸ ਲੈਣ ਦੇ ਹੱਕ 'ਚ ਨਹੀਂ ਇੰਨੀ ਮਿਹਨਤ ਕਰਕੇ ਜੀ ਲੋਕ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੀ ਇਹ ਇੱਕ ਵਾਰੀ ਸ਼ਹਿਰ ਦੀ ਸਫਾਈ ਹੋ ਜੇ ਜੀ ਉਦੋਂ ਮਗਰੋਂ ਜੀ। ਫਿਰ ਜਿਵੇਂ ਵਿਉਂਤਬੰਦੀ ਬਣੂ ਉਸ ਤਰ੍ਹਾਂ ਹੀ ਪਰ ਫਿਰ ਇਹ ਜਿਹੜੀ ਮੈਂ ਦੂਸਰੀ ਗੱਲ ਕਹੀ ਆ ਵੀ ਇੱਕ ਵਾਰੀ ਸ਼ਹਿਰ ਦੀ ਸਫਾਈ ਹੋ ਜੇ ਇਹ ਬਾਲੀ ਕਾਰਗਰ ਨਹੀਂ ਹੋਣੀ ਸ਼ਹਿਰੀਆਂ ਵਾਸਤੇ ਕਾਰਗਰ ਆ ਸਾਡੇ ਵਾਸਤੇ ਇਹ ਕਾਰਗਰ ਆ ਫਿਰ ਉਹ ਨਵੇਂ ਸਿਰੋਂ ਉਹਨਾਂ 'ਤੇ ਤਾਂ ਫਿਰ ਨਹੀਂ ਅਸਰ ਹੋਣਾ ਅਫਸਰਾਂ 'ਤੇ ਤਾਂ ਕੋਈ ਵਜ਼ੀਰਾਂ 'ਤੇ ਜੀ ਉਹਨਾਂ ਦੇ ਜੇ ਅਸਰ ਹੋਣਾ ਹੁੰਦਾ ਮਹੀਨੇ ਦਾ ਹੋ ਜਾਂਦਾ ਇਹਦਾ ਜੇ ਤੁਸੀਂ ਜਿੱਤ ਪ੍ਰਾਪਤ ਕਰਨੀ ਹੈ ਕੁਛ ਨਾ ਕੁਛ ਇਹਦੇ ਵਿੱਚੋਂ ਖੱਟੀ ਕੱਟਣੀ ਆ ਉਹਦਾ ਹੱਲ ਇਹ ਆ ਅਸਲੀ ਹੱਲ ਵੀ ਇਹ ਲੜਾਈ ਨੂੰ ਅਫਸਰਾਂ ਦੇ ਦਫ਼ਤਰਾਂ ਤੱਕ ਵਜ਼ੀਰਾਂ ਦੇ ਘਰਾਂ ਤੱਕ ਹਲਕਾ ਇੰਚਾਰਜ ਐਮਐਲਏ ਦੇ ਘਰਾਂ ਤੱਕ ਸ਼ਿਫਟ ਕਰਨੀ ਬਣਦੀ ਆ ਜਿਹੜੀ ਕਿ ਅੱਜ ਤੋਂ 15 ਦਿਨ ਪਹਿਲਾਂ ਕਰ ਦੇਣੀ ਚਾਹੀਦੀ ਸੀ ਜੀ 15 ਦਿਨ ਤਾਂ ਬਹੁਤ ਹੁੰਦੇ ਆ ਡੀਕਨ ਨੂੰ ਇਹ ਤਾਂ ਠੀਕ ਆ ਵੀ ਬਰਨਾਲਾ ਜਿਹੜਾ ਸ਼ਹਿਰ ਆ ਬਹੁਤ ਖੂਬਸੂਰਤ ਸ਼ਹਿਰ ਆ ਜੀ। ਆਪਸਦਾਰੀ ਆ ਉਰੇ ਬਹੁਤ ਆ ਨਰਮ ਬੰਦੇ ਰਹਿੰਦੇ ਆ ਨਹੀਂ ਧਨੌਲੇ ਸਫਾਈ ਹੋ ਗਈ ਜੀ ਪੁੱਛੋ ਸਫਾਈ ਹੋ ਗਈ ਰਾਮਪੁਰੇ ਸਫਾਈ ਹੋ ਗਈ ਜੀ ਮਾਨਸਾ ਸਫਾਈ ਹੋ ਗਈ ਕਾਰਪੋਰੇਸ਼ਨਾਂ ਦੇ ਵਿੱਚ ਹੜਤਾਲ ਹੀ ਨਹੀਂ ਹੈਗੀ ਜੀ ਲੁਧਿਆਣਾ ਕਾਰਪੋਰੇਸ਼ਨ ਲੈ ਲਓ ਬਠਿੰਡਾ ਲੈ ਲਓ ਜਿੱਥੋਂ ਦੇ ਖਾਸੇ ਮੰਤਰੀ ਆ ਤੁਸੀਂ ਮੁਹਾਲੀ ਲੈ ਲਓ ਪਟਿਆਲਾ ਲੈ ਲਓ ਜਿੱਥੇ ਸਾਡੇ ਮੁੱਖ ਮੰਤਰੀ ਆ ਜੀ, ਜੀ। ਉਹਨਾਂ ਤੋਂ ਕੋਈ ਦਿੱਕਤ ਹੀ ਨਹੀਂ ਹੈਗੀ ਜੀ ਸਾਡੀ ਬਦਕਿਸਮਤੀ ਇਹ ਆ ਸਾਡੇ ਉੱਪਰ ਜਿਹੜੇ ਰਾਜ ਕਰਦੇ ਆ ਉਹ ਹੈ ਸਾਡੇ ਚੋਂ ਆ ਜੀ ਪਰ ਉਹ ਬਗਾਨੇ ਆ ਉਹ ਸਾਡੇ ਨਾਲ ਵਰਤਾਓ ਕਰਦੇ ਆ ਬਗਾਨੇ ਵਾਲਾ ਵਰਤਾਓ ਕਰਦੇ ਆ ਆਪਣੇ ਵਾਲਾ ਵਰਤਾਓ ਨਹੀਂ ਕਰਦੇ ਜਿਹਦੇ ਕਰਕੇ ਅਸੀਂ ਅੱਜ ਇਹ ਗੰਦ ਦੇ ਵਿੱਚ ਬੈਠੇ ਆ ਸਫਾਈ ਤੋਂ ਬਿਨਾਂ ਬੈਠੇ ਆ ਬਾਜ਼ਾਰਾਂ ਵੀ ਦੀ ਅਸੀਂ ਲੰਘ ਨਹੀਂ ਸਕਦੇ ਬਾਜ਼ਾਰ ਸੁੰਨਸਨਾ ਹੋ ਗਏ ਸਾਡੀਆਂ ਧੀਆਂ ਭੈਣਾਂ ਆਪਦੇ ਨਾਲ ਬੱਚਿਆਂ ਨੂੰ ਲੈ ਕੇ ਜਾ ਨਹੀਂ ਸਕਦੀਆਂ ਉਹਨਾਂ ਨੂੰ ਐਂ ਆ ਵੀ ਕੋਈ ਨਾ ਕੋਈ ਬਿਮਾਰੀ ਲੱਗ ਜੂ ਕਿਉਂਕਿ ਥਾਂ ਥਾਂ 'ਤੇ ਗੰਦ ਪਿਆ ਗਾ ਪਰ ਇਹ ਇੱਕ ਸਹਿਣ ਸ਼ਕਤੀ ਮੈਨੂੰ ਲੱਗਦਾ ਜਿਵੇਂ ਮੈਂ ਲੋਕਾਂ 'ਚ ਵਿਚਰਦਾ ਅੱਜ ਤੜਕੇ ਦਾ 200 ਬੰਦਾ ਮੇਰੇ ਕੋਲੇ ਆ ਚੁੱਕਿਆ ਹੋਊਗਾ ਫੋਨ ਕਰਤਾ ਹੋਊਗਾ ਵੀ ਇਹਦਾ ਕੋਈ ਹੱਲ ਲੱਭੋ ਇਹਦਾ ਕੋਈ ਹੱਲ ਲੱਭੋ ਜੇ ਹੱਲ ਨਾ ਲੱਭਿਆ ਹੋ ਸਕਦਾ ਇਹ ਤਕਰਾਰ ਦਾ ਰੂਪ ਲੈ ਲੇ ਇਸ ਕਰਕੇ ਮੈਂ ਸਫਾਈ ਸੇਵਕਾਂ ਨੂੰ ਉਹਨਾਂ ਦੇ ਨੁਮਾਇੰਦਿਆਂ ਨੂੰ ਉਰੋਂ ਦੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਇੱਕ ਅੱਧੇ ਦਿਨ ਦੇ ਵਿੱਚ ਇਹਦਾ ਹੱਲ ਲੱਭੋ ਜੇ ਹੱਲ ਨਾ ਲੱਭੇ ਤਕਰਾਰ ਦਾ ਵਿਸ਼ਾ ਨਾ ਬਣ ਜੇ ਇਹ ਲੋਕ ਆਪਸ ਵਿੱਚ ਨਾ ਪਾੜਾ ਨਾ ਪੈ ਜੇ ਆਪਸ ਵਿੱਚ ਇਸ ਕਰਕੇ ਇਹਦਾ ਹੱਲ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਨਹੀਂ ਜਿੱਦਣ 1-2 ਮੀਂਹ ਪੈ ਗਏ ਦੱਬ ਕੇ ਸੀਵਰੇਜ ਸਿਸਟਮ ਬੰਦ ਹੋ ਜੂ ਘਰਾਂ ਦੇ ਵਿੱਚ ਲਿਫਾਫੇ ਤੁਰੇ ਫਿਰਨਗੇ ਲੈਟਰਨਾਂ ਤੁਰਲੀਆਂ ਫਿਰਨਗੀਆਂ ਗੰਦ ਹੀ ਗੰਦ ਹੋਊਗਾ ਉਹਦਾ ਇੱਕੋ ਇੱਕ ਹੱਲ ਹੋਊਗਾ ਵੀ ਸ਼ਹਿਰੀ ਆਪਦੇ ਪੱਧਰ 'ਤੇ ਨਾ ਸਫਾਈ ਕਰਨ ਲੱਗ ਜਾਣਾ ਇਸ ਕਰਕੇ ਮੈਂ ਹੱਥ ਜੋੜ ਕੇ ਦੁਬਾਰਾ ਬੇਨਤੀ ਕਰਦਾ ਗਾ ਸਫਾਈ ਸੇਵਕਾਂ ਦੇ ਨੁਮਾਇੰਦਿਆਂ ਨੂੰ ਉਰੋਂ ਦੇ ਪ੍ਰਸ਼ਾਸਨ ਐਸਡੀਐਮ ਡੀਸੀ ਨੂੰ ਉਰੋਂ ਦੇ ਹਲਕਾ ਇੰਚਾਰਜ ਨੂੰ ਪੰਜਾਬ ਸਰਕਾਰ ਨੂੰ ਵੀ ਬਰਸਾਤੀ ਰੁੱਤ ਨੂੰ ਦੇਖਦੇ ਹੋਏ ਗੰਦ ਨੂੰ ਦੇਖਦੇ ਹੋਏ ਇਹ ਮਹਾਮਾਰੀ ਦਾ ਰੂਪ ਧਾਰਨ ਨਾ ਕਰ ਲੇ ਉਹਨੂੰ ਦੇਖਦੇ ਹੋਏ ਇਹਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਜੀ ਸੋ ਬਿਲਕੁਲ ਜਿਹੜਾ ਹੇਮਰਾਜ ਜੀ ਨੇ ਦੱਸਿਆ ਬਾਖੂਬੀ ਇਹ ਗੱਲ ਹੈ ਵੀ ਜਿਹੜਾ ਇਹ ਸਫਾਈ ਸੇਵਕਾਂ ਦਾ ਅੰਦੋਲਨ ਚੱਲ ਰਿਹਾ ਗਾ ਇਹਦਾ ਐਕਸ਼ਨ ਹੈ ਜਿਹੜਾ ਬਦਲਣਾ ਪਊਗਾ ਲੋਕਾਂ ਦੇ ਘਰਾਂ ਤੋਂ ਲੜਾਈ ਸਰਕਾਰ ਦੇ ਬਾਹਰ ਤੱਕ ਲਿਜਾਣੀ ਪਊ ਸਰਕਾਰ ਦੇ ਗੇਟ ਤੱਕ ਲੈ ਕੇ ਜਾਣੀ ਪਊਗੀ ਕਿਉਂਕਿ ਇਸ ਤਰ੍ਹਾਂ ਸਰਕਾਰ ਦਾ ਜਦੋਂ 1 ਮਹੀਨਾ ਹੋ ਗਿਆ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ ਹੈਗੀ ਸੋ ਸਰਕਾਰ ਨੂੰ ਜਗਾਉਣ ਦੇ ਲਈ ਜਿਹੜਾ ਅਗਲਾ ਕੋਈ ਐਕਸ਼ਨ ਪਲਾਨ ਹੈ ਉਹ ਸਫਾਈ ਸੇਵਕਾਂ ਨੂੰ ਵੀ ਬਦਲਣਾ ਪਊਗਾ ਤਾਂ ਕਿ ਜਿਹੜਾ ਉਹਨਾਂ ਦੇ ਨਾਲ ਆਮ ਲੋਕਾਂ ਦੀ ਹਮਾਇਤ ਹੈ ਉਹ ਵੀ ਬਰਕਰਾਰ ਰਹੇ ਕਿਉਂਕਿ ਆਮ ਲੋਕ ਲੰਮਾ ਸਮਾਂ ਹੋ ਗਿਆ
ਇੱਕ ਤਰ੍ਹਾਂ ਕਹਿ ਸਕਦੇ ਹਾਂ ਵੀ ਸਬਰ ਦਾ ਪਿਆਲਾ ਆਖਰ ਭਰ ਜਾਂਦਾ ਹੁੰਦਾ। ਸੋ ਲੋਕ ਵੀ ਪਰੇਸ਼ਾਨ ਨਾ ਜ਼ਿਆਦਾ ਦਿਨ ਹੋਣ ਔਰ ਇਹ ਜੰਗ ਹੈ ਜਿਹੜੀ ਜਿੱਤੀ ਵੀ ਜਾਵੇ, ਕਿਉਂਕਿ ਆਮ ਲੋਕ ਆ ਜਿਹੜੇ ਉਹ ਇਸ ਵੇਲੇ ਸਫਾਈ ਸੇਵਕਾਂ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ। ਸੋ ਸਾਰੇ ਪੱਖਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਨੇ ਕਿਹਾ ਵੀ ਲੜਾਈ ਦੇ ਵਿੱਚ ਕੋਈ ਨਵਾਂ ਜਿਹੜਾ ਐਕਸ਼ਨ ਪਲਾਨ ਆ ਉਹ ਜਿਹੜੇ ਸਫਾਈ ਸੇਵਕ ਯੂਨੀਅਨ ਦੇ ਨੁਮਾਇੰਦੇ ਨੇ ਉਹਨਾਂ ਨੂੰ ਲੈਣਾ ਚਾਹੀਦਾ, ਤਾਂ ਕਿ ਮਸਲਾ ਜਿਹੜਾ ਛੇਤੀ ਤੋਂ ਛੇਤੀ ਹੱਲ ਹੋ ਸਕੇ। ਸੋ ਇਹ ਅੱਜ ਦੇ ਲਈ ਇੰਨਾ ਹੀ। ਫਿਰ ਤੁਹਾਡੇ ਨਾਲ ਚਲੰਤ ਮਾਮਲਿਆਂ ਦੇ ਉੱਪਰ ਇਸੇ ਤਰ੍ਹਾਂ ਜਿਹੜੇ ਕੋਈ ਨਾ ਕੋਈ ਮਹਿਮਾਨ, ਕੋਈ ਨਾ ਕੋਈ ਜਿਹੜੇ ਸਾਡੇ ਮੁਅੱਜ਼ਜ਼ ਵਿਅਕਤੀ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਸੋ ਅੱਜ ਦੇ ਲਈ ਇੰਨਾ ਹੀ, ਮਾਫੀ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਜੀ।